ਸੋ ਹੁਣ ਸਾਡਾ ਟੌਪਿਕ ਹੈਗਾ ਯੂਜ਼ ਆਫ ਡਾਇਮੈਂਸ਼ਨਲ ਐਨਾਲਿਸਿਸ ਦਾ ਥਰਡ ਪੋਰਸ਼ਨ ਜੋ ਸੀਗਾ ਟੂ ਡਰਾਈਵ ਦਾ ਰਿਲੇਸ਼ਨ ਬਿਟਵੀਨ ਵੇਰੀਅਸ ਫਿਜ਼ੀਕਲ ਕੁਆਂਟੀਟੀਜ਼। ਹੁਣ ਸਾਡੇ ਕੋਲ ਅਲੱਗ-ਅਲੱਗ ਫਿਜ਼ੀਕਲ ਕੁਆਂਟੀਟੀਜ਼ ਦਿੱਤੀਆਂ ਹੋਣੀਆਂ, ਉਹਨਾਂ ਦਾ ਅਸੀਂ ਰਿਲੇਸ਼ਨ ਡਰਾਈਵ ਕਰਨਾ ਕਿ ਉਹਨਾਂ ਦੀ ਇਕੁਏਸ਼ਨ ਕਿੱਦਾਂ ਦੀ ਬਣਦੀ ਆ। ਸੋ ਪ੍ਰੀਵੀਅਸ ਵੀਡੀਓ ਵਿੱਚ ਅਸੀਂ ਕੀਤਾ ਸੀਗਾ ਕਿ ਡਾਇਮੈਂਸ਼ਨਲ ਇਕੁਏਸ਼ਨ ਜਿਹੜੀ ਬਣਦੀ ਸਾਡੇ ਕੋਲ ਫਿਜ਼ੀਕਲ ਇਕੁਏਸ਼ਨ ਸੀਗੀ ਉਹਦੀ ਕਰੈਕਟਨੈਸ ਚੈੱਕ ਕਰਨੀ ਸੀ, ਤੇ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਜ਼ਰੂਰ ਦੇਖਿਓ ਲਿੰਕ ਜਿਹੜਾ ਹੈ। ਹੁਣ ਦੇਖੋ ਸਾਡੇ ਕੋਲ ਕੁਐਸਚਨ ਹੈ ਇੱਕ, ਇਹ 'ਚ ਅਸੀਂ ਫਿਜ਼ੀਕਲ ਕੁਆਂਟੀਟੀ ਦਾ ਰਿਲੇਸ਼ਨਸ਼ਿਪ ਡਰਾਈਵ ਕਰਨਾ ਹੈ। ਕੁਐਸਚਨ ਕੀ ਆ, ਡਰਾਈਵ ਡਾਇਮੈਂਸ਼ਨਲੀ ਦਾ ਐਕਸਪ੍ਰੈਸ਼ਨ ਫॉर ਦਾ ਸੈਂਟਰੀਪੀਟਲ ਫੋਰਸ। ਹੁਣ ਸੈਂਟਰੀਪੀਟਲ ਫੋਰਸ ਹੋ ਗਈ, ਇਹਨੂੰ ਲਿਖ ਲਓ, ਫੋਰਸ ਹੋ ਗਈ ਐਕਟਿੰਗ ਔਨ ਏ ਪਾਰਟੀਕਲ ਆਫ ਮਾਸ m। ਹੁਣ ਇੱਕ m ਮਾਸ ਦੇ ਉੱਤੇ ਇਹ ਐਕਟ ਕਰ ਰਹੀ ਆ ਵਿਦ ਵੈਲੋਸਿਟੀ v ਇਹਦੀ ਵੈਲੋਸਿਟੀ ਆ ਇਨ ਏ ਸਰਕਲ ਆਫ ਰੇਡੀਅਸ r ਹੈਗਾ ਇਹਦਾ ਸਰਕਲ ਦਾ ਰੇਡੀਅਸ। ਠੀਕ ਹੈ ਜੀ। ਹੁਣ ਇਹ ਕੀ ਕਰੋ, ਸਾਡੀ ਸੈਂਟਰੀਪੀਟਲ ਫੋਰਸ ਜਿਹੜੀ ਆ ਇਹਦੇ ਉੱਤੇ ਹੁਣ ਕਿਸੇ ਵੀ ਤਰੀਕੇ ਦੇ ਨਾਲ ਐਕਟ ਕਰ ਰਹੀ ਹੈ, ਇਹਨੂੰ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਸਾਈਨ ਲਾ ਕੇ ਲਿਖ ਲਓ। ਹੁਣ ਦੇਖੋ ਨੈਕਸਟ ਕੀ ਕਰਨਾ ਸੀ, ਇਹਨਾਂ ਦੇ ਉੱਤੇ ਪਾਵਰ ਦੇ ਦੇਣੀ ਹੈ, ਜਾਨੀ ਕਿ A B ਐਂਡ C। ਇਸ ਤਰੀਕੇ ਨਾਲ ਅਸੀਂ ਪਾਵਰ ਦੇ ਦੇਣੀ ਆ। ਹੁਣ ਨੈਕਸਟ ਕੀ ਕਰਨਾ ਹੈ, ਜਿਹੜਾ ਸਾਡੇ ਕੋਲ ਸੈਂਟਰੀਪੀਟਲ ਫੋਰਸ ਦਿੱਤੀ ਹੋਈ ਆ ਉਹਦਾ ਅਸੀਂ ਡਾਇਮੈਂਸ਼ਨਲ ਫਾਰਮੂਲਾ ਲਿਖ ਲੈਣਾ ਹੈ। ਹੁਣ ਦੇਖੋ ਫੋਰਸ ਜਿਹੜੀ ਆ, ਫੋਰਸ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੁੰਦਾ, ਫੋਰਸ ਹੁੰਦੀ ਆ ਮਾਸ ਇਨਟੂ ਐਕਸਲਰੇਸ਼ਨ। ਫਿਰ ਤੁਹਾਨੂੰ ਐਕਸਲਰੇਸ਼ਨ ਦਾ ਪਤਾ ਹੋਣਾ ਚਾਹੀਦਾ, ਐਕਸਲਰੇਸ਼ਨ ਹੁੰਦੀ ਹੈ ਵੈਲੋਸਿਟੀ ਡਿਵਾਈਡ ਬਾਈ ਟਾਈਮ। ਫਿਰ ਵੈਲੋਸਿਟੀ ਦਾ ਪਤਾ ਹੋਣਾ ਚਾਹੀਦਾ, ਉਹ ਹੁੰਦਾ ਡਿਸਟੈਂਸ ਡਿਵਾਈਡ ਬਾਈ ਟਾਈਮ। ਇਹਨਾਂ ਸਾਰਿਆਂ ਤੋਂ ਜਦੋਂ ਸਾਡਾ ਡਾਇਮੈਂਸ਼ਨਲ ਫਾਰਮੂਲਾ ਬਣਦਾ ਆ m1 l1 t-2, ਇਹ ਸਾਡਾ ਬਣ ਜਾਂਦਾ ਡਾਇਮੈਂਸ਼ਨਲ ਫਾਰਮੂਲਾ ਸਿਰਫ ਫੋਰਸ ਵਾਸਤੇ। ਠੀਕ ਹੈ ਜੀ। ਤੇ ਹੁਣ ਦੇਖ ਲਓ ਵੀ ਜਿਹੜੀਆਂ ਸਾਡੇ ਕੋਲ ਰਾਈਟ ਹੈਂਡ ਸਾਈਡ ਦੇ ਉੱਤੇ ਆ ਸਾਰੀਆਂ ਚੀਜ਼ਾਂ, ਉਹਨਾਂ ਦਾ ਵੀ ਡਾਇਮੈਂਸ਼ਨਲ ਫਾਰਮੂਲਾ ਅਸੀਂ ਡਰਾਈਵ ਕਰ ਲੈਣਾ। ਜਿਵੇਂ ਕਿ ਮਾਸ ਦਾ ਇਕੱਲਾ ਹੋ ਗਿਆ m, ਇਹਦੀ ਪਾਵਰ ਹੋ ਗਈ a। ਵੈਲੋਸਿਟੀ ਦਾ ਹੁੰਦਾ l1 t-1, ਕਿਉਂਕਿ ਡਿਸਟੈਂਸ ਡਿਵਾਈਡ ਬਾਈ ਟਾਈਮ ਹੁੰਦਾ ਨਾ, ਇਹਦੀ ਪਾਵਰ ਕੀ ਹੋ ਗਈ ਸਾਡੇ ਕੋਲ b। ਰੇਡੀਅਸ ਹੁੰਦਾ ਸਾਡਾ ਲੈਂਥ ਦੇ ਵਿੱਚ, ਇਨ ਟਰਮ ਆਫ ਲੈਂਥ, ਤੇ l ਇਕੱਲਾ ਹੀ, ਇਹਦੀ ਪਾਵਰ ਹੋ ਗਈ c। ਹੁਣ ਦੇਖੋ ਅੱਗੇ ਕੀ ਕਰਨਾ ਸੀ, m ਦੀ ਪਾਵਰ a, l ਦੀ ਪਾਵਰ ਕੀ ਹੋ ਗਈ, ਵਿੱਚ ਮਲਟੀਪਲਾਈ ਕਰ ਦਿਓ b, t ਦੀ ਪਾਵਰ ਹੋ ਗਈ -b, ਕਿਉਂਕਿ ਇੱਥੇ -1 ਆ, ਐਂਡ ਇੱਧਰ l ਦੀ ਪਾਵਰ ਹੋ ਗਈ c। ਹੁਣ ਨੈਕਸਟ ਦੇਖੋ, ਨੈਕਸਟ ਅਸੀਂ ਕੀ ਕਰਨਾ, ਸਾਰੀਆਂ ਪਾਵਰਸ ਜਿਹੜੀਆਂ ਬੇਸ ਜਿਹੜੇ ਸੇਮ ਆ ਉਹਨਾਂ ਦੀਆਂ ਪਾਵਰਸ ਵੀ ਜੁਆਇਨ ਕਰ ਦੇਣੀਆਂ। ਜਿਵੇਂ ਕਿ m ਦੀ ਪਾਵਰ a, l ਦੀ ਪਾਵਰ b ਪਲੱਸ c ਐਂਡ t ਦੀ ਪਾਵਰ -b। ਇਹ ਹੋ ਗਈ ਸਾਡੇ ਕੋਲ ਸਾਡੀ ਪਾਵਰ। ਹੁਣ ਦੇਖੋ ਜਿਵੇਂ ਕਿ ਸਾਡੇ ਕੋਲ ਸੀਗਾ ਲੈਫਟ ਹੈਂਡ ਸਾਈਡ ਦੇ ਉੱਤੇ ਸੀਗਾ ਸਾਡੇ ਕੋਲ m1 l1 t-2, ਤੇ ਰਾਈਟ ਹੈਂਡ ਸਾਈਡ ਦੇ ਉੱਤੇ ਸੀਗਾ ਸਾਡੇ ਕੋਲ m ਦੀ ਪਾਵਰ a, l ਦੀ ਪਾਵਰ b ਪਲੱਸ c ਤੇ t ਦੀ ਪਾਵਰ -b। ਹੁਣ ਦੇਖੋ ਜਿਹੜੇ ਬੇਸ ਸੇਮ ਆ ਉਹਨਾਂ ਦੀਆਂ ਪਾਵਰਸ ਅਸੀਂ ਇਕੁਏਟ ਕਰ ਦੇਣੀਆਂ। ਹੁਣ ਦੇਖੋ ਇਹਦੇ ਵਿੱਚ ਕੀ ਬਣਦਾ, m ਤੇ m ਬੇਸ ਸੇਮ ਆ, ਇਹਨਾਂ ਦੀ ਪਾਵਰ ਇਕੁਏਟ ਕਰ ਦਿਓ, ਜਾਨੀ ਕਿ a ਇਜ਼ ਇਕੁਅਲ ਟੂ 1 ਹੋ ਗਿਆ। l ਬੇਸ ਸੇਮ ਹੈ ਲੈਂਥ ਦਾ, ਤੇ ਇਹਦੀ ਪਾਵਰ ਇਕੁਏਟ ਕਰ ਦਿਓ b ਪਲੱਸ c ਇਜ਼ ਇਕੁਅਲ ਟੂ 1। ਹੁਣ ਨੈਕਸਟ t ਦਾ ਆਉਂਦਾ, ਇਹ ਹੈਗਾ -b ਇਜ਼ ਇਕੁਅਲ ਟੂ -2, -b ਇਜ਼ ਇਕੁਅਲ ਟੂ -2, ਕਿਉਂਕਿ ਬੇਸ ਸੇਮ ਵਾਲੀਆਂ ਅਸੀਂ ਜੁਆਇਨ ਕਰਨੀਆਂ ਪਾਵਰ, ਇਕੁਏਟ ਕਰਨੀਆਂ ਪਾਵਰਸ। ਹੁਣ ਦੇਖੋ ਇਹ ਚੀਜ਼ ਕੱਟ ਗਈ ਆ, b ਇਜ਼ ਇਕੁਅਲ ਟੂ 2 ਆ ਗਿਆ। ਹੁਣ a ਦੀ ਵੈਲਿਊ ਆ ਗਈ, b ਦੀ ਵੈਲਿਊ ਆ ਗਈ, ਬਟ c ਦੀ ਵੈਲਿਊ ਸਾਨੂੰ ਕੱਢਣੀ ਪੈਣੀ ਆ। ਹੁਣ ਇੱਥੇ ਦੇਖ ਲਓ ਵੀ b ਦੀ ਵੈਲਿਊ 2 ਆਉਂਦੀ ਆ, ਤਾਂ ਇੱਥੇ ਕੀ ਆ 2 ਪਲੱਸ c ਇਜ਼ ਇਕੁਅਲ ਟੂ 1, c ਇਜ਼ ਇਕੁਅਲ ਟੂ ਕੀ ਆ ਗਿਆ -1 ਆ ਗਿਆ। ਹੁਣ ਸਾਡੇ ਕੋਲ ਪਾਵਰਸ ਆ ਗਈਆਂ ਸਾਰੀਆਂ। ਸੋ ਸਾਡਾ ਪ੍ਰੀਵੀਅਸ ਰਿਲੇਸ਼ਨ ਕੀ ਸੀਗਾ, f ਇਜ਼ ਇਕੁਅਲ ਟੂ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਸਾਈਨ ਹਟਾ ਕੇ ਕੌਨਸਟੈਂਟ ਲਾ ਲਓ k, m ਦੀ ਪਾਵਰ a, v ਦੀ ਪਾਵਰ b ਐਂਡ r ਦੀ ਪਾਵਰ c। ਹੁਣ ਸਾਡੇ ਕੋਲ a b ਐਂਡ c ਤਿੰਨਾਂ ਦੀ ਵੈਲਿਊ ਆ, ਸੋ ਇਹਨਾਂ ਦੀ ਵੈਲਿਊ ਇੱਥੇ ਪੁੱਟ ਕਰ ਦੇਣੀ ਹੈ। k ਇਜ਼ ਇਕੁਅਲ ਟੂ m ਦੀ ਪਾਵਰ ਕਿੰਨੀ ਆ, a ਦੀ ਵੈਲਿਊ ਹੈਗੀ 1, b ਦੀ ਵੈਲਿਊ 2 ਐਂਡ r ਦੇ ਉੱਤੇ ਸੀਗਾ c ਦੀ ਵੈਲਿਊ ਸੀਗੀ -1। ਹੁਣ ਦੇਖੋ -1 ਦਾ ਮਤਲਬ ਹੁੰਦਾ ਡਿਵਾਈਡ। ਸੋ ਸਾਡਾ ਰਿਲੇਸ਼ਨ ਕੀ ਬਣਦਾ, k
mv² over r. So centripetal force is directly proportional to mv ਦਾ ਸਕੇਅਰ over r. ਸੋ ਇਹ ਬਣਦੀ ਹੈ ਸਾਡੀ ਜੋ ਸਾਡਾ ਰਿਲੇਸ਼ਨ ਬਣਦਾ ਹੈ ਡਾਇਮੈਂਸ਼ਨਲ ਇਕੁਏਸ਼ਨ ਦਾ। ਸੋ ਨੈਕਸਟ ਸੇਮ ਤਰੀਕੇ ਦਾ ਕੁਐਸਚਨ ਅਸੀਂ ਇੱਕ ਹੋਰ ਕਰਦੇ ਹਾਂ। ਇਹਦੇ ਵਿੱਚ ਦਿੱਤਾ ਹੈਗਾ ਸਪੋਜ਼ ਦੈਟ ਦਾ ਔਸੀਲੇਸ਼ਨ ਆਫ ਏ ਸਿੰਪਲ ਪੈਂਡੂਲਮ ਡਿਪੈਂਡਸ ਅਪੋਨ। ਹੁਣ ਔਸੀਲੇਸ਼ਨਸ ਹੁੰਦੀਆਂ ਇੱਕ ਟਾਈਮ ਪੀਰੀਅਡ ਹੀ ਹੈ, ਸਮਝ ਲਓ ਔਸੀਲੇਸ਼ਨ ਦਾ ਟਾਈਮ ਪੀਰੀਅਡ ਹੁੰਦਾ ਹੈ। ਸੋ ਇਹ ਕਿਹਦੇ ਉੱਤੇ ਡਿਪੈਂਡ ਕਰਦਾ ਹੈ? ਡਿਪੈਂਡ ਹੈਗਾ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਮਾਸ ਆਫ ਦਾ ਬੌਬ, ਜੋ ਉਹਦੇ ਨਾਲ ਬॉल ਅਟੈਚ ਹੁੰਦੀ ਆ, ਯਾਨੀ ਕਿ m, ਲੈਂਥ ਆਫ ਦਾ ਸਟਰਿੰਗ l, ਐਕਸਲੇਸ਼ਨ ਡਿਊ ਟੂ ਗ੍ਰੈਵਿਟੀ g, ਤੇ ਐਂਗੂਲਰ ਡਿਸਪਲੇਸਮੈਂਟ ਯਾਨੀ ਕਿ ਥੀਟਾ। ਹੁਣ ਇਹਨਾਂ ਦੇ ਉੱਤੇ ਡਿਪੈਂਡ ਕਰਦੀ, ਤਾਂ ਇਹਨਾਂ ਦੇ ਉੱਤੇ ਕੀ ਲਿਖ ਲਓ? ਪਾਵਰਸ ਲਿਖ ਲਓ, ਯਾਨੀ ਕਿ a, b, c ਤੇ d। ਸੋ ਮੇਰੇ ਦੋਸਤੋ ਜਿਹੜੀ ਐਂਗੂਲਰ ਡਿਸਪਲੇਸਮੈਂਟ ਆ ਉਹ ਡਾਇਮੈਂਸ਼ਨ ਲੈਸ ਹੁੰਦੀ ਹੈ, ਇਸ ਕਰਕੇ ਅਸੀਂ ਇੱਥੇ ਹੀ ਨਿਗਲੈਕਟ ਕਰ ਦੇਣੀ ਆ ਇਹ। ਸੋ ਨੈਕਸਟ ਦੇਖਦੇ ਆ, ਜਿਵੇਂ ਅਸੀਂ ਪਹਿਲਾ ਕੁਐਸਚਨ ਕੀਤਾ ਆ, ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਦੇ ਦੋਨਾਂ ਦੇ ਡਾਇਮੈਂਸ਼ਨਲ ਫਾਰਮੂਲਾ ਅਸੀਂ ਲਿਖ ਲੈਣਾ ਹੈ, ਜੋ ਕਿ ਸਾਡੇ ਕੋਲ ਟਾਈਮ ਦਾ ਬਣਦਾ ਹੈਗਾ m0 l0 t1, ਬਸ ਕੱਲਾ ਹੀ 1। ਇੱਧਰ ਮਾਸ ਦਾ ਸਾਡੇ ਕੋਲ m ਕੱਲਾ ਹੀ ਦੀ ਪਾਵਰ a, l ਲੈਂਥ ਕੱਲਾ ਹੀ l ਇਹਦੀ ਪਾਵਰ b, ਐਂਡ g ਹੈਗਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਸੋ ਸਾਡੇ ਕੋਲ ਐਕਸਲਰੇਸ਼ਨ ਵਾਲੇ ਯੂਨਿਟ ਹੀ ਡਾਇਮੈਂਸ਼ਨਸ ਹੀ ਲੱਗ ਜਾਣੀ ਹੈ। ਐਕਸਲਰੇਸ਼ਨ ਦੀਆਂ ਡਾਇਮੈਂਸ਼ਨਸ ਕੀ ਹੁੰਦੀਆਂ? ਵੈਲੋਸਿਟੀ ਡਿਵਾਈਡ ਬਾਈ ਟਾਈਮ, ਯਾਨੀ ਕਿ l1 t-2। ਸੋ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ l1 t-2 ਇਹ ਹੋ ਗਈ ਸਾਡੇ ਕੋਲ, ਤੇ ਇਹਦੀ ਪਾਵਰ ਹੈਗੀ ਆ c। ਠੀਕ ਆ ਜੀ। ਸੋ ਹੁਣ ਇਹਨੂੰ ਇਕੁਏਸ਼ਨ ਨੂੰ ਖੋਲ ਲਓ, ਸਿੰਪਲੀਫਾਈ ਕਰ ਲਓ। m ਦੀ ਪਾਵਰ a, l ਦੀ ਪਾਵਰ b, ਇੱਧਰ l ਦੀ ਪਾਵਰ c ਤੇ t ਦੀ ਪਾਵਰ -2c। ਠੀਕ ਆ ਜੀ। ਹੁਣ ਬੇਸ ਕੰਬਾਈਨ ਕਰ ਲਓ, m ਦੀ ਪਾਵਰ a, l ਦੀ ਪਾਵਰ b ਪਲੱਸ c, t ਦੀ ਪਾਵਰ -2c। ਠੀਕ ਆ ਜੀ। ਹੁਣ ਦੁਬਾਰਾ ਲਿਖ ਦਿੰਦਾ ਮੈਂ, ਲੈਫਟ ਹੈਂਡ ਸਾਈਡ ਦੇ ਉੱਤੇ ਸਾਡੇ ਕੋਲ ਆਉਂਦਾ m0 l0 t1 ਇਜ਼ ਇਕੁਅਲ ਟੂ ਕਾਹਦੇ ਸੀਗਾ? m ਦੀ ਪਾਵਰ a, l b ਪਲੱਸ c, t -2c। ਹੁਣ ਦੇਖੋ ਜਿਨ੍ਹਾਂ ਦਾ ਬੇਸ ਸੇਮ ਆ ਉਹ ਪਾਵਰਸ ਵੀ ਇਕੁਏਟ ਕਰ ਦੇਣੀਆਂ ਅਸੀਂ। ਸੋ ਕੀ ਬਣਦਾ ਸਾਡੇ ਕੋਲ? a ਇਜ਼ ਇਕੁਅਲ ਟੂ 0, ਠੀਕ ਹੈ ਜੀ, a ਦੀ ਪਾਵਰ 0 ਹੋ ਗਈ, b ਪਲੱਸ c ਇਹਦੀ ਪਾਵਰ ਵੀ 0 ਹੋ ਗਈ, ਕਿਉਂਕਿ l ਦੀ ਪਾਵਰ 0 ਇੱਥੇ l ਦੀ ਪਾਵਰ b ਪਲੱਸ c ਹੈ। t ਦੀ ਪਾਵਰ ਹੈਗੀ -2c, ਇੱਧਰ t ਦੀ ਪਾਵਰ 1, -2c ਇਜ਼ ਇਕੁਅਲ ਟੂ 1। ਠੀਕ ਹੈ ਜੀ। ਹੁਣ ਮਾਈਨਸ ਦਾ ਸਾਈਨ ਦੂਜੇ ਪਾਸੇ ਆ ਗਿਆ, ਤੇ r2 ਇੱਧਰ ਮਲਟੀਪਲਾਈ ਕੀਤਾ, ਦੂਜੇ ਪਾਸੇ ਡਿਵਾਈਡ 'ਚ ਹੋ ਗਿਆ। ਸੋ ਸਾਡੇ ਕੋਲ c ਦੀ ਵੈਲਿਊ ਆ ਗਈ -1/2। ਇਹ ਸਾਡੇ ਕੋਲ c ਦੀ ਆ ਗਈ ਵੈਲਿਊ, ਇੱਥੇ a ਦੀ ਵੈਲਿਊ ਆ ਗਈ, ਬਟ b ਦੀ ਵੈਲਿਊ ਸਾਨੂੰ ਕੈਲਕੂਲੇਟ ਕਰਨੀ ਪੈਣੀ ਹੈ। b ਹੈਗਾ ਇੱਥੇ, ਸੋ b ਪਲੱਸ c ਸੀਗਾ, c ਦੇ ਵਿੱਚ ਇੱਥੇ ਵੈਲਿਊ ਪੁੱਟ ਕਰ ਦਿਓ, ਇਹ ਹੈਗਾ -1/2 ਇਜ਼ ਇਕੁਅਲ ਟੂ 0। ਜਦੋਂ ਇਹਨੇ ਦੂਜੇ ਪਾਸੇ ਜਾਣਾ ਤਾਂ ਪਲੱਸ ਹੋ ਜਾਣਾ, b ਇਜ਼ ਇਕੁਅਲ ਟੂ ਕੀ ਹੋ ਗਿਆ? 1/2। ਆਹ ਵੈਲਿਊ ਆ ਗਈ ਸਾਡੇ ਕੋਲ b ਦੀ। ਸੋ ਸਾਡੀ ਪਹਿਲਾਂ ਇਕੁਏਸ਼ਨ ਸਾਡੇ ਕੋਲ ਕੀ ਬਣਦੀ ਸੀ? ਟਾਈਮ ਪੀਰੀਅਡ ਜਾਂ ਔਸੀਲੇਸ਼ਨ ਦਾ ਜਿਹੜਾ ਸਿੰਪਲ ਪੈਂਡੂਲਮ ਦਾ ਔਸੀਲੇਸ਼ਨ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ m ਦੀ ਪਾਵਰ a, l ਦੀ b, g ਦੀ ਪਾਵਰ c, ਇਹ ਸੀਗੀ ਸਾਡੇ ਕੋਲ। ਹੁਣ ਦੇਖੋ ਇੱਥੇ ਪਾਵਰਸ ਨੂੰ ਪੁੱਟ ਕਰ ਦੇਣਾ, m ਸੀਗੀ a ਦੀ ਪਾਵਰ, a ਦੀ ਵੈਲਿਊ ਸਾਡੇ ਕੋਲ 0 ਆਉਂਦੀ ਆ, l ਦੀ ਪਾਵਰ b ਸੀਗੀ, b ਆਉਂਦੀ ਹੈਗੀ 1/2, ਐਂਡ g ਦੀ ਪਾਵਰ -1/2। 1/2 ਪਾਵਰ ਹੁੰਦਾ √। ਸੋ t ਸਾਡੇ ਕੋਲ ਯਾਨੀ ਕਿ ਮਾਸ ਦੇ ਉੱਤੇ ਨਹੀਂ ਡਿਪੈਂਡ ਕਰਦਾ, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰਦੇ ਆ l ਡਿਵਾਈਡ ਬਾਈ g ਹੋਲ ਦਾ √। ਹੁਣ ਦੇਖੋ ਇਹ ਵੀ ਅਸੀਂ ਦੇਖਣਾ ਸੀ ਵੀ ਕਿਹੜੀ ਚੀਜ਼ ਦੇ ਉੱਤੇ ਜਿਹੜਾ ਆ ਸਿੰਪਲ ਪੈਂਡੂਲਮ ਦੀ ਔਸੀਲੇਸ਼ਨ ਨਹੀਂ ਡਿਪੈਂਡ ਕਰਦੀ। ਉਹ ਹੈਗਾ ਸਾਡੇ ਕੋਲ ਮਾਸ ਆਫ ਦਾ ਬॉल ਜਾਂ ਬੌਬ ਦੀ ਜਿਹੜੀ ਮਾਸ ਹੈ ਨਾ ਉਹਦੇ ਉੱਤੇ ਡਿਪੈਂਡ ਨਹੀਂ ਕਰਦੀ ਹੈਗੀ ਟਾਈਮ ਪੀਰੀਅਡ ਜਿਹੜਾ ਹੈ ਸਾਡੇ ਕੋਲ। ਕਿਹਦੇ ਤੇ ਡਿਪੈਂਡ ਕਰਦਾ? ਲੈਂਥ ਆਫ ਦਾ ਸਟਰਿੰਗ ਐਂਡ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਸੋ ਇਹ ਸਾਡਾ ਰਿਲੇਸ਼ਨ ਬਣ ਗਿਆ, ਇੱਕ ਫਿਜ਼ੀਕਲ ਰਿਲੇਸ਼ਨ ਬਣ ਗਿਆ ਸਾਡਾ ਇਸ ਤਰੀਕੇ ਦੇ ਨਾਲ। ਸੋ ਇਸ ਤਰੀਕੇ ਦੇ ਹੋਰ ਕੁਐਸਚਨ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਫਿਜ਼ਿਕਸ, ਕੈਮਿਸਟਰੀ, ਬਾਇਓ, ਮੈਥਮੈਟਿਕਸ, ਕਮਰਸ ਜਾਂ ਆਈਲੈਟਸ ਦੀਆਂ ਜਾਂ ਜਨਰਲ ਟੌਪਿਕ BSc ਨਰਸਿੰਗ ਵਗੈਰਾ ਦੀਆਂ ਸਾਡੇ ਕੋਲ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ, ਕਮੈਂਟ ਵੀ ਕਰੋ। ਸੋ ਥੈਂਕ ਯੂ।